ਹੁਣ ਪਾਤਸ਼ਾਹ ਅਗਲੇਰੀ ਪੌੜੀ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਦਾ ਇੱਕ ਦਰਬਾਰ ਸਿਰਜ ਕੇ ਸਾਡੀਆਂ ਅੱਖਾਂ ਦੇ ਸਾਹਮਣੇ ਉਹਦਾ ਨਕਸ਼ਾ ਲਿਆਉਂਦੇ ਨੇ ਤੇ ਫਰਮਾਉਂਦੇ ਨੇ, ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾਂ ਕੀਤੇ ਵਾਮਣ ਹਾਰੇ। केते राग परी स्यों कईयन केते गावण हारे। गावे तोनो पौन पानी बैसंतर गावे राजा धर्म दुआरे। गावे चित गुपत लिख जाने लिख लिख धर्म विचारे। गावे ईश्वर ब्रह्मा देवी सोहन सदा सवारे। गावे इंद इंदासन बैठे देवतियां दर नाले। गावें सिद्ध समाधि अंदर गावन साध विचारे। गावन जति सती संतोखी गावें वीर करारे। गावन पंडित पढ़ रखीसर जुग जुग वेदा नाले। गावें मोहनिया मन मोहन सुरगा मच पयाले। गावन रत्न उपाय तेरे अठ सड़ तीर्थ नाले। गावें जोध महाबल सूरा गावें खाणी चारे। गावें खंड मंडल वर भंडा कर कर रखे धारे। सेई तुद नो गावें जो तुद भावन रते तेरे भक्त रसाले। होर केते गावन से मैं चित नावन नानक क्या विचारे। सोई सोई सदा सच साहिब साचा साची नाई। है पी होसी जाए ना जासी रचना जिन रचाई। रंगी रंगी भांति कर कर जिनसी माया जिन उपाई। कर कर वेखै कीता अपना जिव तिस दी वडियाई। जो तिस भावै सोई करसी हुक्म न करना जाई। सो पातशाह शाहां पात साहिब नानक रहन रजाई। जिथे सतगुरु पातशाह ने जे को आखै बोल विगाड़ ਤਾਂ ਲਿਖੀ ਹੈ ਸਿਰ ਗਾਵਾਰਾਂ ਗਾਵਾ। ਇਹਦਾ ਮਤਲਬ ਇੱਕ ਤਾੜਨਾ ਕੀਤੀ ਹੈ ਕਿ ਉਸ ਵਾਹਿਗੁਰੂ ਅਕਾਲ ਪੁਰਖ ਦੀ ਹਸਤੀ ਬਾਰੇ, ਉਹਦੇ ਦਰਬਾਰ ਬਾਰੇ, ਉਹਦੇ ਕਾਇਦੇ ਕਾਨੂੰਨ ਬਾਰੇ ਜੇ ਕੋਈ ਇਸ ਤਰ੍ਹਾਂ ਦੀ ਗੁਸਤਾਖੀ ਕਰਕੇ ਬੋਲ ਵਿਗਾੜੀ ਕਰਦਾ ਹੈ ਕਿ ਮੈਂ ਦੱਸਾਂਗਾ ਉਹ ਮਹਾਮੂਰਖਾਂ ਸਿਰ ਮੂਰਖ। ਹੁਣ ਪਾਤਸ਼ਾਹ ਉਸ ਦੇ ਦਰਬਾਰ ਦਾ ਨਕਸ਼ਾ ਖਿੱਚਦੇ ਹੋਏ ਫਰਮਾਉਂਦੇ ਨੇ, सो दर केहा सो कर केहा। हे अकाल पुरख तेरा वो दर किहो जिहा, तेरा वो घर किहो जिहा। जित भय सर्व संभाले, जिथे बैठ के तू सारे जियां दी संभाल करदा। वाजे नाद अनेक असंखां केते वावण हारे। कितने ही नाद वाजे हैं, अनेक असंख्य गिने नहीं जा सकते। ਜਦੋਂ ਇੱਕ ਤੋਂ ਵੱਧ ਅਨੇਕ ਜਾਂ ਅਸੰਖਾਂ ਅੱਖਰ ਵਰਤਿਆ ਜਾਂਦਾ ਹੈ ਇਹਦਾ ਮਤਲਬ ਬੇਅੰਤ। ਤੇ ਜਿਤਨੇ ਵਾਜੇ ਹਨ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਵੀ ਕਿਤਨੇ ਹਨ। ਵਾਜੇ ਨਾਦ ਅਨੇਕ ਅਸੰਖਾਂ केते वावण हारे। केते राग परी स्यों कईयन केते गावण हारे। कितने ही राग हैं, परी रागणियाँ, उन्हां दे परिवार कितने ही कहे जाते हैं, और उन्हां रागां ते रागणियां नूं गाउण वाले कितने हैं। भाव उन्हां दी कोई गिणती नहीं हैगी, पर वनगी मात्र पातशाह सानू जानकारी कराउंदे ने कौन कौन गा रहे हैं। गावें धोनो पौन पानी बैसंतर गावे राजा धर्म दुआरे। गावें हुण कुछ प्रेमी
ਐਸਾ ਸ਼ੰਕਾ ਜ਼ਾਹਰ ਕਰਦੇ ਨੇ ਕਿ ਤੁਸੀਂ ਗਾਵੇਂ ਕਿਉਂ ਕਹਿੰਦੇ ਹੋ। ਇਸ ਪੰਕਤੀ ਤੋਂ ਸੇਧ ਮਿਲਦੀ ਹੈ, ਜਦੋਂ ਗੱਲ ਬਹੁਤਿਆਂ ਦੀ ਹੋਵੇਗੀ, ਇੱਕ ਤੋਂ ਵੱਧ, ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ ਪਲੂਰਲ ਕਹਿੰਦੇ ਹਾਂ, ਬਹੁਵਚਨ ਕਹਿੰਦੇ ਹਾਂ, ਤਾਂ ਉੱਥੇ ਗਾਵੇਂ ਆਏਗਾ। ਪਰ ਜੇ ਇੱਕ ਦੀ ਗੱਲ ਹੋਵੇਗੀ ਤੇ ਗਾਵੇ ਆਏਗਾ, ਔਰ ਉਹਦੇ ਸਪੈਲਿੰਗਾਂ ਵਿੱਚ ਅੰਤਰ ਸਪਸ਼ਟ ਹੈ। ਬਹੁਤਿਆਂ ਲਈ ਗਾਵੇਂ, ਇੱਕ ਲਈ ਗਾਵੇ। ਇਸ ਲਈ ਬਹੁਵਚਨ ਤੇ ਇੱਕ ਵਚਨ ਦਾ ਨਿਰਣਾ ਕਰਨ ਲਈ ਇਹਨੂੰ ਗਾਵੇਂ ਤੇ ਗਾਵੇ ਪੜ੍ਹਨਾ ਪਵੇਗਾ। ਗਾਵੇਂ ਤੋਨੂੰ, ਤੈਨੂੰ ਗਾਉਂਦੇ ਹਨ। ਪੌਣ, ਪਾਣੀ, ਬੈਸੰਤਰ, ਹਵਾ ਵੀ ਗਾ ਰਹੀ ਹੈ, ਪਾਣੀ ਵੀ ਗਾ ਰਿਹਾ, ਅੱਗ ਵੀ ਗਾ ਰਹੀ ਹੈ। ਹੁਣ ਜਿਹੜੇ ਛੋਟੀ ਸੋਚ ਵਾਲੇ ਨੇ ਉਹ ਕਹਿੰਦੇ ਅੱਗ ਕਿਵੇਂ ਗਾ ਰਹੀ, ਪਾਣੀ ਕਿਵੇਂ ਗਾ ਰਿਹਾ, ਹਵਾ ਕਿਵੇਂ ਗਾ ਰਹੀ ਹੈ। ਇਹ ਸਭ ਉਹਦੇ ਹੁਕਮ ਵਿੱਚ ਚੱਲ ਰਹੇ ਨੇ। ਹੁਕਮ ਬਜਾਉਣਾ, ਉਹਦੀ ਆਗਿਆ ਦਾ ਪਾਲਣ ਕਰਨਾ, ਇਸੇ ਹੀ ਆਗਿਆ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਸਾ ਕੀ ਵਾਰ ਵਿੱਚ ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲੈ ਲਖ ਦਰਿਆਓ, ਪੈ ਵਿੱਚ ਅਗਨ ਕਢੈ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋ ਕਰੋੜੀ ਚਲਤ ਨ ਅੰਤ। ਭਾਵ ਉਹਦੇ ਹੁਕਮ ਵਿੱਚ ਡਿਊਟੀ ਵਜਾ ਰਹੇ ਨੇ। ਹੁਕਮ ਮੰਨਣਾ, ਉਹਦੇ ਹੁਕਮ ਵਿੱਚ ਚੱਲਣਾ, ਇਹ ਗਾਉਣਾ ਹੈ। ਗਾਵੇ ਰਾਜਾ ਧਰਮ ਦੁਆਰੇ। ਇਸੇ ਤਰ੍ਹਾਂ ਜਿਹੜਾ ਧਰਮ ਰਾਜਾ ਹੈ, ਹੁਣ ਇੱਥੇ ਧਰਮ ਦੇ ਮੰਮੇ ਨੂੰ ਔਂਕੜ ਹੈ, ਇਹਨੂੰ ਇੱਕ ਵਚਨ ਮੰਨੇ ਤੇ ਇਹਦੇ ਲਈ ਉਚਾਰਨ ਆਇਆ ਗਾਵੇ। ਗੱਗੇ ਨੂੰ ਗਾ ਕਰਨਾ, ਵਵੇ ਨੂੰ ਵੈ ਦੇਣਾ। ਇਹੀ ਨਿਯਮ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਦਿ ਤੋਂ ਲੈ ਕੇ ਅੰਤ ਤੀਕਰ ਚੱਲੇਗਾ। ਉਹ ਧਰਮ ਰਾਜਾ ਵੀ ਤੇਰੇ ਦਰ ਤੇ ਗਾ ਰਿਹਾ ਤੈਨੂੰ। ਗਾਵੇਂ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਉਹ ਚਿੱਤਰ ਗੁਪਤ, ਜਿਨ੍ਹਾਂ ਨੂੰ ਧਰਮ ਰਾਜੇ ਦੇ ਦੂਤ ਕਿਹਾ ਜਾਂਦਾ, ਜਿਨ੍ਹਾਂ ਦੀ ਵਿਆਖਿਆ ਕਰਦਿਆਂ ਸਮਝਾਇਆ ਗਿਆ ਚਿੱਤ ਅਤੇ ਗੁਪਤ। ਜੋ ਜੀਵ ਪ੍ਰੈਕਟੀਕਲੀ ਕੰਮ ਕਰਦਾ ਹੈ, ਗਲਤ ਜਾਂ ਠੀਕ, ਉਹ ਚਿੱਤਰ ਲਿਖ ਲੈਂਦਾ। ਪਰ ਕੁਝ ਐਸੇ ਕੰਮ ਨੇ ਜਿਹੜੇ ਮਨ ਵਿੱਚ ਸੋਚਦਾ ਹੈ, ਕਰ ਨਹੀਂ ਸਕਦਾ, ਉਹ ਗੁਪਤ ਹੈ। ਉਹਨਾਂ ਦਾ ਨਾਮ ਰੱਖਿਆ ਚਿੱਤਰ ਤੇ ਗੁਪਤ। ਜਿਹੜਾ ਪ੍ਰੈਕਟੀਕਲ ਕੀਤੇ ਕੰਮਾਂ ਨੂੰ ਵੀ ਨੋਟ ਕਰਦਾ ਤੇ ਅੰਦਰ ਜੋ ਕੁਝ ਅਸੀਂ ਸੋਚਦੇ ਹਾਂ ਉਹ ਵੀ ਨੋਟ ਕਰਦਾ। ਤੋ ਗਾਵੇਂ ਚਿੱਤ ਗੁਪਤ ਲਿਖ ਜਾਣੇ, ਜਿਹੜੇ ਲਿਖਣਾ ਜਾਣਦੇ ਨੇ, ਜਿਹਦੇ ਲਿਖਣ ਦੀ ਡਿਊਟੀ ਲਾਈ ਹੋਈ ਹੈ। ਤੇ ਗਾਵੇ ਰਾਜਾ ਧਰਮ ਦੁਆਰੇ, ਲਿਖ ਲਿਖ ਧਰਮ ਵਿਚਾਰੇ। ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ ਰਾਜਾ ਵਿਚਾਰਦਾ ਹੈ, ਫੈਸਲਾ ਦੇਣ ਵਾਸਤੇ ਉਹ ਉਹਨਾਂ ਦੇ ਲਿਖੇ ਹੋਏ ਨੂੰ ਵਿਚਾਰ ਕਰਦਾ। ਗਾਵੇਂ ਈਸ਼ਰ ਬ੍ਰਹਮਾ ਦੇਵੀ, ਸੋਹਨ ਸਦਾ ਸਵਾਰੇ। ਕਈ ਸ਼ਿਵ ਜੀ ਤਥਾ ਸ਼ਿਵ, ਬ੍ਰਹਮਾ ਅਤੇ ਦੇਵੀਆਂ ਜੋ ਤੁਹਾਡੇ ਬਣਾਏ ਹੋਏ ਹਨ, ਤੁਹਾਡੇ ਸਵਾਰੇ ਹੋਏ ਸ਼ੋਭਦੇ ਹਨ, ਉਹ ਵੀ ਤੁਹਾਨੂੰ ਗਾ ਰਹੇ ਨੇ। ਗਾਵੇਂ ਇੰਦ ਇੰਦਾਸਨ ਬੈਠੇ, ਦੇਵਤਿਆਂ ਦਰ ਨਾਲੇ। ਅਨੇਕਾਂ ਹੀ ਇੰਦਰ, ਕਿਉਂਕਿ ਇੰਦਰ ਦੱਦਾ ਮੁਕਤਾ ਹੈ, ਇਹਦਾ ਭਾਵ ਹੈ ਕਈ ਇੰਦਰ ਹਨ, ਔਰ ਉਹ ਗਾਵੇਂ ਗਾ ਰਹੇ ਨੇ। ਇੰਦਾਸਨ ਬੈਠੇ, ਇੰਦਰ ਦੇ ਆਸਣ ਤੇ, ਤਖਤ ਤੇ ਬੈਠੇ। ਦੇਵਤਿਆਂ ਦਰ ਨਾਲੇ, 33 ਕਰੋੜ ਦੇਵਤੇ ਕਹੇ ਜਾਂਦੇ ਨੇ। ਅਸੀਂ ਮੰਨੀਏ ਜਾਂ ਨਾ ਮੰਨੀਏ, ਗੁਰਬਾਣੀ ਵਿੱਚ ਇਸ ਬਹਿਸ 'ਚ ਨਹੀਂ ਪਏ। ਭਾਵ ਸਣੇ ਦੇਵਤਿਆਂ ਦੇ, ਕਿਉਂਕਿ ਇੰਦਰ ਨੂੰ ਦੇਵਤਿਆਂ ਦਾ ਰਾਜਾ ਕਿਹਾ ਜਾਂਦਾ। ਤੇ ਜਿੱਥੇ ਰਾਜਾ ਹੋਵੇ ਉਹਦੇ ਭਾਈ ਫਿਰ ਅਹਿਲਕਾਰ ਪਿੱਛੇ ਤੇ ਨਹੀਂ ਰਹਿ ਸਕਦੇ। ਭਾਵ ਉਹ ਸਾਰੇ ਹੀ ਤੁਹਾਨੂੰ ਗਾ ਰਹੇ ਨੇ। ਗਾਵੇਂ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਸਿੱਧ ਉਹ ਪੁਰਸ਼ ਜਿਨ੍ਹਾਂ ਨੇ ਸਿੱਧੀ ਹਾਸਲ ਕਰ ਲਈ, ਸਮਾਧੀ ਅੰਦਰ ਸਮਾਧੀਆਂ ਲਾ ਕੇ, ਉਹ ਵੀ ਤੁਹਾਨੂੰ ਗਾ ਰਹੇ ਨੇ। ਤੇ ਗਾਵਣ ਸਾਧ ਵਿਚਾਰੇ, ਜਿਹੜੇ ਸਾਧੂ ਜਨ ਹਨ,
ਜਿਹੜੇ ਤੁਹਾਡੇ ਸੇਵਕ ਹਨ ਉਹ ਵਿਚਾਰ ਅੰਦਰ ਗਾ ਰਹੇ ਨੇ, ਆਪਸ ਵਿੱਚ ਬਹਿ ਕੇ ਤੁਹਾਡੇ ਗੁਣਾਂ ਦੀ ਚਰਚਾ ਵਿਚਾਰ ਕਰਦੇ ਨੇ, ਉਹ ਵੀ ਗਾ ਰਹੇ ਨੇ। ਗਾਵਨ ਜਤੀ ਸਤੀ ਸੰਤੋਖੀ ਗਾਵੇਂ ਵੀਰ ਕਰਾਰੇ। ਜਤੀ ਆਪਣੀਆਂ ਇੰਦਰੀਆਂ ਨੂੰ ਵਸੀਕਰਨ ਕਰਨ ਵਾਲੇ, ਸਤੀ ਸਤਵਾਦੀ ਤਥਾ ਦਾਨੀ, ਸੰਤੋਖੀ ਸੰਤੋਖ ਧਾਰਨ ਕਰਨ ਵਾਲੇ, ਉਹ ਵੀ ਤੁਹਾਨੂੰ ਗਾ ਰਹੇ ਨੇ। ਗਾਵੇਂ ਵੀਰ ਕਰਾਰੇ, ਉਹ ਕਰਾਰੇ ਲੜਾਕੇ ਸੂਰਬੀਰ ਬਹਾਦਰ ਵੀ ਤੁਹਾਨੂੰ ਗਾ ਰਹੇ ਨੇ। ਗਾਵਨ ਪੰਡਿਤ ਪੜ੍ਹਨ ਰਖੀਸਰ, ਬੜੇ ਬੜੇ ਵਿਦਵਾਨ ਪੰਡਿਤ ਲੋਕ ਜਿਹੜੇ ਪੜ੍ਹਦੇ ਹਨ, ਧਰਮ ਪੋਥੀਆਂ ਦਾ ਅਧਿਐਨ ਕਰਦੇ ਨੇ। ਰਖੀਸਰ ਰਿਖੀ ਅਤੇ ਰਿਖੀਆਂ ਦੇ ਸ਼੍ਰੋਮਣੀ ਰਖੀਸ਼ਰ, ਉਹ ਵੀ ਤੁਹਾਨੂੰ ਗਾ ਰਹੇ ਨੇ। ਯੁਗ ਯੁਗ ਵੇਦਾਂ ਨਾਲੇ, ਹਰ ਯੁਗ ਦੇ ਅੰਦਰ, ਕਿਉਂਕਿ ਵੇਦਾਂ ਦੇ ਰਚਨਹਾਰਿਆਂ ਨੇ ਇਹ ਲਿਖਿਆ ਕਿ ਫਲਾਣੇ ਯੁਗ ਲਈ ਫਲਾਣਾ ਵੇਦ ਹੈ, ਫਲਾਣੇ ਯੁਗ ਲਈ ਫਲਾਣਾ ਹੈ। ਆਸਾ ਕੀ ਵਾਰ ਵਿੱਚ ਵੀ ਮਹਾਰਾਜ ਨੇ ਇਹਦਾ ਜ਼ਿਕਰ ਕੀਤਾ ਹੈ ਕਿ ਸਾਮ ਕਹੈ ਸੇਤੰਬਰ ਸੁਆਮੀ, ਸਚ ਮੈਂ ਅਛੈ ਸਾਚ ਰਹੇ, ਸਭ ਕੋ ਸਚ ਸਮਾਵੈ, ਰਿਗ ਕਹਿ ਰਿਹਾ ਭਰਪੂਰ। ਭਾਵ ਵੱਖ ਵੱਖ ਯੁੱਗਾਂ ਵਿੱਚ ਵੱਖ ਵੱਖ ਵੇਦਾਂ ਦੀ ਮਰਿਆਦਾ ਚਾਲੂ। ਤੋ ਗੱਲ ਕੀ, ਹਰ ਯੁੱਗ ਦੇ ਅੰਦਰ ਹਰ ਵੇਦ ਵੀ ਤੁਹਾਨੂੰ ਗਾ ਰਿਹਾ ਹੈ। ਗਾਵੇਂ ਮੋਹਣੀਆਂ ਮਨਮੋਹਨ, ਸੁਰਗਾ ਮੱਛ ਪਿਆਲੇ। ਉਹ ਮੋਹਣੀਆਂ ਜਿਨ੍ਹਾਂ ਦੀ ਸੁੰਦਰਤਾ ਮਨ ਨੂੰ ਮੋਹ ਲੈਂਦੀ ਹੈ, ਉਹ ਵੀ ਤੁਹਾਨੂੰ ਗਾ ਰਹੇ ਨੇ। ਸੁਰਗਾ ਮੱਛ ਪਿਆਲੇ, ਸੁਰਗ ਲੋਕ, ਮਾਤ ਲੋਕ ਤੇ ਪਤਾਲ ਲੋਕ ਤਥਾ ਉੱਥੇ ਦੇ ਸਭ ਜੀਵ ਤੁਹਾਨੂੰ ਗਾ ਰਹੇ ਨੇ। ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਕਹਿੰਦੇ ਹਨ ਕਿ ਸਮੁੰਦਰ ਨੂੰ ਰਿੜਕ ਕੇ 14 ਰਤਨ ਕੱਢੇ ਗਏ, ਜਿਨ੍ਹਾਂ ਵਿੱਚ ਤਨੰਤਰ ਵੈਦ, ਕਾਮਤੇਨ ਗਊ, ਚੰਦਰਮਾ, ਹੋਰ ਬੜਾ ਕੁਝ ਕਿਹਾ ਜਾਂਦਾ। ਇਹ 14 ਰਤਨ ਵੀ ਜੋ ਤੁਹਾਡੇ ਹੀ ਪੈਦਾ ਕੀਤੇ ਹੋਏ ਹਨ, ਉਹ ਵੀ ਤੁਹਾਨੂੰ ਗਾ ਰਹੇ ਹਨ। ਗਾਵੇਂ ਰਤਨ ਉਪਾਏ ਤੇਰੇ, 68 ਤੀਰਥ ਨਾਲੇ। 68 ਤੀਰਥ ਵੀ ਨਾਲ ਹੀ ਗਾ ਰਹੇ ਨੇ। ਗਾਵੇਂ ਜੋਧ ਮਹਾਂਬਲ ਸੂਰਾ, ਗਾਵੇਂ ਖਾਣੀ ਚਾਰੇ। ਬੜੇ ਬੜੇ ਯੋਧੇ ਮਹਾਂਬਲੀ ਸੂਰਮੇ ਵੀ ਗਾ ਰਹੇ ਨੇ। ਔਰ 4 ਖਾਣੀਆਂ, ਜਿਵੇਂ ਖਾਨ ਕਿਸ ਨੂੰ ਕਹਿੰਦੇ ਨੇ, ਜਿਸ ਵਿੱਚੋਂ ਕੋਈ ਚੀਜ਼ ਉਤਪਤ ਹੁੰਦੀ, ਸੋਨੇ ਦੀ ਖਾਨ, ਲੋਹੇ ਦੀ ਖਾਨ, ਫਲਾਣੀ ਖਾਨ। ਇਸੇ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਲਈ 4 ਖਾਣੀਆਂ ਮੰਨੀਆਂ ਗਈਆਂ। ਅੰਡਜ, ਜੇਰਜ, ਸੇਤਜ, ਉਤਪੁਜ। ਅੰਡੇ ਤੋਂ ਜਨਮ ਲੈਣ ਵਾਲੇ, ਜੇਰ ਤੋਂ ਜਨਮ ਲੈਣ ਵਾਲੇ, ਸੇਤ ਪਸੀਨੇ ਤੋਂ ਜਨਮ ਲੈਣ ਵਾਲੇ, ਔਰ ਉਤਪੁਜ ਜਿੰਨੀ ਬਨਸਪਤੀ ਹੈ, ਜਿਨ੍ਹਾਂ ਦੇ ਸਿਰ ਥੱਲੇ ਤੇ ਬਾਹਾਂ ਉੱਤੇ ਨੇ, ਇਹ ਸਾਰੇ ਹੀ ਗਾ ਰਹੇ ਨੇ। ਗਾਵੇਂ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਖੰਡ 9 ਖੰਡ ਕਹੇ ਜਾਂਦੇ ਨੇ, ਮੰਡਲ ਤਾਰਾ ਮੰਡਲ, ਔਰ ਵਰ ਭੰਡਾ ਸਾਰਾ ਸੰਸਾਰ ਸ੍ਰਿਸ਼ਟੀ ਸਭ ਤੁਹਾਨੂੰ ਗਾ ਰਹੇ। ਕਰ ਕਰ ਰੱਖੇ ਧਾਰੇ, ਜੋ ਤੁਹਾਡੇ ਬਣਾ ਬਣਾ ਕੇ ਟਿਕਾਏ ਹੋਏ ਹਨ। ਇੰਨਾ ਕੁਝ ਕਹਿ ਕੇ ਫਿਰ ਪਾਤਸ਼ਾਹ ਨੇ ਸਹੀ ਤੁਧ ਨੂੰ ਗਾਵੇਂ, ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਉਹੀ ਤੁਹਾਨੂੰ ਗਾਉਂਦੇ ਨੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ, ਜਿਹੜੇ ਤੁਹਾਡੇ ਰੰਗ ਵਿੱਚ ਰਤੇ ਹੋਏ ਭਗਤ ਰਸਾਲੇ, ਜੋ ਰਸ ਦਾ ਘਰ ਹਨ ਤਥਾ ਰਸ ਵਿੱਚ ਭਿੱਜੇ ਹੋਏ ਹਨ। ਹੋਰ ਕੇਤੇ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਹੋਰ ਇਹਨਾਂ ਤੋਂ ਇਲਾਵਾ ਕਿਤਨੇ ਹੀ ਹਨ ਜੋ ਤੁਹਾਨੂੰ ਗਾ ਰਹੇ ਨੇ, ਸੇ ਉਹ ਮੇਰੀ ਯਾਦ ਵਿੱਚ ਨਹੀਂ ਹੈਗੇ। ਦੇਖੋ ਉਸ ਦੀ ਬੇਅੰਤਤਾ, ਉਹਦੇ ਵੱਡੇਪਨ ਨੂੰ ਪ੍ਰਗਟ ਕਰਨ ਲਈ ਪਾਤਸ਼ਾਹ ਇੰਨਾ ਕੁਝ ਕਹਿ ਕੇ ਫੇਰ ਕਹਿੰਦੇ ਨੇ, ਹੋਰ ਕੇਤੇ ਗਾਵਨ, ਸੇ ਮੈਂ ਚਿਤ ਨਾ ਆਵਨ। ਚਿੱਤ ਦੇ ਤੱਤੇ ਨੂੰ ਸਿਆਰੀ ਹੈ, ਮੇਰੀ ਚਿੱਤ ਵਿੱਚ ਯਾਦ ਵਿੱਚ ਨਹੀਂ ਆਉਂਦੇ। ਨਾਨਕ ਕਿਆ ਵਿਚਾਰੇ। ਹੁਣ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਦੂਜੀ ਵਾਰੀ ਆਇਆ।
ਜਿਹਦਾ ਮਤਲਬ ਹੈ ਪਾਤਸ਼ਾਹ ਆਪਣੇ ਆਪ ਨੂੰ ਨਾਨਕ ਕਹਿ ਕੇ ਨਾਨਕ ਕਿਆ ਵਿਚਾਰੇ, ਇਹ ਵਿਚਾਰਾ ਨਾਨਕ ਕੀ ਦੱਸ ਸਕਦਾ। ਭਾਵ ਨਾਨਕ ਇਸ ਦੀ ਕੀ ਵਿਚਾਰ ਕਰ ਸਕਦਾ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਆਖਿਆ ਉਹੀ ਉਹ ਸਦਾ ਸੱਚ ਹੈ ਜੋ ਸੱਚਾ ਸਾਹਿਬ ਹੈ ਔਰ ਜਿਸ ਦੀ ਵਡਿਆਈ ਵੀ ਸੱਚੀ ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਜਾਏ ਨਾ ਜਾਸੀ, ਨਾ ਉਹ ਜਨਮ ਲੈਂਦਾ ਹੈ ਨਾ ਉਹ ਮਰਦਾ ਹੈ। ਰਚਨਾ ਜਿਨ ਰਚਾਈ, ਜਿਸ ਨੇ ਸਾਰੀ ਰਚਨਾ ਰਚਾਈ ਹੈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਮਾਇਆ ਜਿਨੇ ਉਪਾਈ। ਉਹਦੀ ਸਾਰੀ ਰਚਨਾ ਨੂੰ ਮਾਇਆ ਕਿਹਾ ਜਾਂਦਾ, ਪਰ ਉਹ ਮਾਇਆ ਵੱਖ-ਵੱਖ ਰੰਗਾਂ ਵਿੱਚ ਹੈ, ਵੱਖ-ਵੱਖ ਕਿਸਮਾਂ ਵਿੱਚ ਹੈ, ਵੱਖ-ਵੱਖ ਜਿਨਸਾਂ ਵਿੱਚ, ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਆਖਿਆ ਉਹ ਨਿਰਾ ਬਣਾ ਬਣਾ ਕੇ ਸੁੱਟੀ ਨਹੀਂ ਜਾਂਦਾ, ਬਲਕਿ ਕਰ ਕਰ ਵੇਖੈ ਕੀਤਾ ਆਪਣਾ, ਆਪਣੇ ਬਣਾਏ ਹੋਏ ਸੰਸਾਰ ਨੂੰ, ਰਚਨਾ ਨੂੰ ਫਿਰ ਵੇਖਦਾ ਵੀ ਹੈ, ਸੰਭਾਲਦਾ ਵੀ ਹੈ, ਧਿਆਨ ਵੀ ਰੱਖਦਾ। ਜਿਵ ਤਿਸ ਦੀ ਵਡਿਆਈ, ਇਹ ਉਸ ਦਾ ਵੱਡਾਪਨ ਹੈ। ਅਖੀਰ ਵਿੱਚ ਪਾਤਸ਼ਾਹ ਕਹਿੰਦੇ ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਬਈ ਜੋ ਉਸ ਨੂੰ ਚੰਗਾ ਲੱਗਦਾ ਉਹੀ ਉਹ ਕਰੇਗਾ, ਉਹਦੇ ਉੱਤੇ ਕਿਸੇ ਦਾ ਕੋਈ ਹੁਕਮ ਨਹੀਂ ਚੱਲ ਸਕਦਾ, ਤਥਾ ਕੋਈ ਹੁਕਮ ਨਹੀਂ ਕੀਤਾ ਜਾ ਸਕਦਾ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ। ਨਾਨਕ ਜੀ ਫਰਮਾਉਂਦੇ ਨੇ ਉਹ ਪਾਤਸ਼ਾਹ ਹੈ, ਉਹ ਸ਼ਾਹਾਂ ਦਾ ਵੀ ਪਾਤਸ਼ਾਹ ਹੈ, ਭਾਵ ਸਭ ਤੋਂ ਵੱਡਾ ਹੈ। ਸਾਨੂੰ ਸਾਰਿਆਂ ਨੂੰ ਉਹਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। 27 ਨੰਬਰ ਪੌੜੀ, ਜਿਸਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ। ਇਹ ਪੌੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 3 ਵਾਰੀ ਆਉਂਦੀ ਹੈ। ਇੱਕ ਵਾਰੀ ਜਪਜੀ ਸਾਹਿਬ ਦੇ ਪਾਠ ਵਿੱਚ, ਦੂਜੀ ਵਾਰੀ ਰਹਿਰਾਸ ਦੇ ਪਾਠ ਵਿੱਚ, ਔਰ ਤੀਜੀ ਵਾਰੀ ਆਸਾ ਰਾਗ ਦੇ ਆਰੰਭ ਵਿੱਚ। ਕਈ ਵਾਰ ਕਈ ਪ੍ਰੇਮੀ ਪੁੱਛ ਲੈਂਦੇ ਹਨ ਵੀ ਪੌੜੀ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਹੈ, ਪਰ ਇਹ 3 ਵਾਰੀ ਕਿਉਂ ਆਈ? ਇਹਦਾ ਜਵਾਬ ਆਮ ਸੰਗਤਾਂ ਲਈ ਦੇਣਾ, ਸਮਝਾਉਣਾ ਬੜਾ ਜ਼ਰੂਰੀ, ਕਿਉਂਕਿ ਕਈ ਵਾਰ ਐਸਾ ਹੁੰਦਾ ਹੈ ਜਦੋਂ ਕੋਈ ਜਗਿਆਸੂ ਮੇਰੇ ਵਰਗਾ ਪਾਠ ਮੂੰਹ ਜ਼ਬਾਨੀ ਕਰਦਾ ਤਾਂ ਉਹ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਰਹਿਰਾਸ ਵਿੱਚ ਪਹੁੰਚ ਜਾਂਦਾ। ਪਤਾ ਉਦੋਂ ਲੱਗਦਾ ਜਦੋਂ ਰਹਿਰਾਸ ਦੀ ਸਮਾਪਤੀ ਕਰ ਲੈਂਦਾ ਤੇ ਫਿਰ ਉਹਨੂੰ ਧਿਆਨ ਆਉਂਦਾ ਮੈਂ ਤੇ ਜਪਜੀ ਸਾਹਿਬ ਪੜ੍ਹ ਰਿਹਾ ਸੀ। ਇਸੇ ਤਰ੍ਹਾਂ ਕਈ ਵਾਰੀ ਰਹਿਰਾਸ ਦਾ ਪਾਠ ਮੂੰਹ ਜ਼ਬਾਨੀ ਕਰਦਿਆਂ ਵੀ ਐਸੀ ਭੁੱਲ ਹੋ ਜਾਂਦੀ। ਤਾਂ ਗੁਰੂ ਪਾਤਸ਼ਾਹ ਨੇ ਇਹਦੇ ਪਾਠ ਵਿੱਚ ਥੋੜਾ ਥੋੜਾ ਅੰਤਰ ਪਾਇਆ, ਅਰਥਾਂ ਵਿੱਚ ਕੋਈ ਫਰਕ ਨਹੀਂ। ਕਿਧਰੇ ਗਾਵਨ ਹੈ ਤੇ ਇੱਥੇ ਗਾਵੇਂ ਹੈ, ਕਿਧਰੇ ਤੁਧਨੂੰ ਹੈ ਇੱਥੇ ਤੋਨੋਂ ਹੈ। ਇਹਦਾ ਭਾਵ ਇਹ ਹੈ ਕਿ ਜਦੋਂ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ ਪੂਰੇ ਸਾਵਧਾਨ ਹੋ ਕੇ ਕਰੋ। ਐਸਾ ਨਾ ਹੋਵੇ ਕਿ ਪੜ੍ਹ ਰਹੇ ਹੋ ਉਹ ਜਪਜੀ ਸਾਹਿਬ ਤੇ ਪਹੁੰਚ ਜਾਓ ਰਹਿਰਾਸ ਵਿੱਚ, ਜਾਂ ਪੜ੍ਹ ਰਹੇ ਹੋ ਉਹ ਰਹਿਰਾਸ ਤੇ ਪਹੁੰਚ ਜਾਓ ਜਪਜੀ ਸਾਹਿਬ। ਦਾਸ ਨਾਲ ਐਸਾ ਕਈ ਵਾਰੀ ਹੋਇਆ ਹੈ। ਇਸ ਵਾਸਤੇ ਸਰਬ ਸੰਗਤ ਦੀ ਜਾਣਕਾਰੀ ਲਈ ਦੱਸ ਰਹੇ ਹਾਂ ਕਿ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਗੁਟਕਾ ਸਾਹਿਬ ਤੇ ਹੀ ਪਾਠ ਕੀਤਾ ਜਾਏ ਔਰ ਸਾਵਧਾਨੀ ਨਾਲ ਕੀਤਾ ਜਾਏ। ਮੁੰਦਾ ਸੰਤੋਖ ਸਰੰਪਤ ਝੋਲੀ, ਧਿਆਨ ਕੀ ਕਰੈਂ ਵਿਭੂਤ ਖਿੰਥਾ ਕਾਲ, ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ,
आदेश तिसै आदेश, आद अनील अनाद अनाहत, जुग जुगे को वेस। इस पौड़ी की विचार शुरू करने तो पहला ये दसना बड़ा जरूरी है कि श्री गुरु नानक देव जी महाराज ने अपने जीवन काल विच जितना पैदल चल के सफ़र तय किया, शायद किसी पीर पैगंबर ने, किसी सुधारक ने, किसी ऐसे रूहानी अवतार ने ना किया हो। मैं गिणती मिणती भी तो नहीं पैंदा, पर लगभग 39,000 मील सफ़र किया जो लिखतां विच मिलता है। ਉਹਦੇ ਵਿੱਚ बादशाह ने कोई एरिया छड्डिया नहीं। भाई गुरदास जी का कथन है कि बाबे तारे 4 ਚੱਕ, 9 खंड पृथ्वी सच्चा टोआ। महाराज उन्हां औखियां तो औखियां थावां ते गए, हिंदू मत दे तीर्थां ते गए, इस्लाम मत दे मक्के ते गए, होर कई थावां ते ते ਉਹਦੇ दौरान ही सिद्धां ਦੇ ਕੋਲ सुमेर पर्वत ਤੇ भी गए। ਅੱਜ ਤੀਕਰ ਉਹ ਨਾਨਕ ਮਤਾ, ਜਿਸ ਦਾ ਪਹਿਲਾ ਨਾਮ ਗੋਰਖ ਮਤਾ ਸੀ, ਉਹਦੇ ਤੋਂ ਵੀ ਸਾਨੂੰ ਪ੍ਰਮਾਣ ਮਿਲਦਾ। ਔਰ ਹੋਰ ਵੀ ਕਈ ਥਾਵਾਂ ਤੇ ਸਿੱਧਾਂ ਦੇ ਨਾਲ ਗੁਰੂ ਪਾਤਸ਼ਾਹ ਦੀ ਗੋਸ਼ਟ ਹੋਈ, ਜਿਵੇਂ ਕਿ ਅਚਲ ਬਟਾਲੇ ਵੀ ਗਏ। ਹੋਰ ਕਿੱਥੇ ਕਿੱਥੇ ਮੇਲ ਹੋਏ ਇਹਦੇ ਵਰਣਨ ਵਿੱਚ ਪੈਣ ਦੀ ਲੋੜ ਨਹੀਂ। ਗੱਲ ਕੀ ਜਦੋਂ ਜੋਗੀਆਂ ਨੇ ਦੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਦਾ ਇੰਨਾ ਪ੍ਰਭਾਵ ਹੈ, ਤਾਂ ਉਹਨਾਂ ਨੇ ਉਹਨਾਂ ਨੂੰ ਪ੍ਰੇਰਿਆ ਕਿ ਤੁਸੀਂ ਸਾਡੇ ਮਤ ਵਿੱਚ ਆ ਜਾਓ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਜਗਤ ਦੇ ਭੁੱਲੇ ਭਟਕੇ ਲੋਕਾਂ ਦਾ ਉਧਾਰ ਤੇ ਸੁਧਾਰ ਕਰਨ ਆਏ ਸਨ। ਉਹਨਾਂ ਆਖਿਆ, ਜੋਗੀਓ, ਜੇ ਤੁਸੀਂ ਅਸਲ ਜੋਗੀ ਬਣਨਾ ਹੈ ਤੇ ਆ ਜੋਗ ਧਾਰਨ ਕਰੋ। ਹੋਰ ਵੀ ਸ਼ਬਦ ਬਹੁਤ ਸਾਰੇ ਬਾਣੀ ਵਿੱਚ ਆਉਂਦੇ ਨੇ। ਜੋਗ ਨ ਖਿੰਥਾ, ਜੋਗ ਨ ਡੰਡੈ, ਜੋਗ ਨ ਭਸਮ ਚੜਾਈਐ, ਜੋਗ ਨ ਮੁੰਦੀ ਮੂੰਡ ਮੁੰਡਾਇਐ, ਜੋਗ ਨ ਸਿੰਘੀ ਵਾਈਐ, ਅੰਜਨ ਮਾਇ ਨਿਰੰਜਨ ਰਹੀਐ, ਜੋਗ ਜੁਗ ਤੇ ਪਾਈਐ। ਤਾਂ ਗੁਰਦੇਵ ਨੇ ਕਿਹਾ, ਹੈ ਜੋਗੀਓ, ਜੇ ਤੁਸੀਂ ਅਸਲੀ ਜੋਗ ਕਮਾਉਣਾ ਤਾਂ ਫਿਰ ਸੰਤੋਖ ਦੀਆਂ ਮੁੰਦਰਾਂ ਬਣਾਓ। ਮੁੰਦਾਂ ਕਿਉਂਕਿ ਕੰਨ ਵਿੱਚ ਪਾਈਆਂ ਜਾਂਦੀਆਂ ਨੇ ਤੇ ਕੰਨਾਂ ਨੂੰ ਛੇਦਣਾ ਪੈਂਦਾ, ਕੰਨਾਂ ਵਿੱਚ ਮੋਰੀ ਕਰਨੀ ਪੈਂਦੀ। ਆਖਿਆ, ਆਪਣੀਆਂ ਵਾਸ਼ਨਾਵਾਂ, ਆਪਣੀਆਂ ਇੱਛਾਵਾਂ ਨੂੰ ਘਟਾਓ, ਇਹ ਤੁਸੀਂ ਮੁੰਦਰਾਂ ਬਣਾਓ। ਛੇਦਣ ਤੋਂ ਮਤਲਬ ਹੈ ਕਿਸੇ ਚੀਜ਼ ਨੂੰ ਕੱਟਣਾ, ਕਿਸੇ ਚੀਜ਼ ਵਿੱਚ ਸੁਰਾਖ ਪੈਦਾ ਕਰਨਾ। ਤੋ ਤੁਸੀਂ ਆਪਣੀਆਂ ਇੱਛਾਵਾਂ ਨੂੰ ਛੇਦੋ, ਇਹ ਤੁਸੀਂ ਸੰਤੋਖ ਦੀਆਂ ਮੁੰਦਰਾਂ ਪਾਓ। ਸ਼ਰਮ ਪਤ ਝੋਲੀ, ਇਹਨੂੰ ਸ਼ਰਮ ਬੇਸ਼ਰਮ ਨਾਲ ਨਹੀਂ ਲੈਣਾ, ਇਹ ਹੈ ਸ਼ਰਮ। ਸ਼ਰਮ ਦਾ ਮਤਲਬ ਹੈ ਮਿਹਨਤ। ਮਿਹਨਤ ਦੀ ਝੋਲੀ ਬਣਾਓ ਤਥਾ ਪਾਤਰ ਬਣਾਓ। ਹੁਣ ਗੁਰਬਾਣੀ ਵਿੱਚ ਪਤ ਅੱਕਰ ਜਿਹੜਾ, ਇਹ 3 ਰੂਪਾਂ ਵਿੱਚ ਮਿਲਦਾ। ਇੱਕ ਪਤ ਤੱਤੇ ਨੂੰ ਔਂਕੜ ਵਾਲਾ, ਇੱਕ ਪਤ ਤੱਤੇ ਨੂੰ ਸਿਆਰੀ ਵਾਲਾ, ਤੇ ਇੱਕ ਪਤ ਪੱਪਾ ਤੱਤਾ ਮੁਕਤਾ। ਉਚਾਰਨ ਤਿੰਨਾਂ ਦਾ ਪਤ ਹੈ, ਪਰ ਅਰਥ ਵੱਖ ਵੱਖ ਨੇ। ਜਿਹੜਾ ਪਤ ਤੱਤੇ ਨੂੰ ਔਂਕੜ ਵਾਲਾ, ਇਹ ਹੈ ਪਾਤਰ, ਬਰਤਨ, ਚਿੱਪੀ, ਠੂਠਾ, ਜਿਹਦੇ ਵਿੱਚ ਜੋਗੀ ਲੋਕ ਮੰਗੀ ਹੋਈ ਚੀਜ਼ ਪਾਉਂਦੇ ਨੇ। ਫਿਰ ਇੱਕ ਉਹਨਾਂ ਨੇ ਮੋਢੇ 'ਤੇ ਲਟਕਾਇਆ ਹੁੰਦਾ ਚੋਲਾ ਜਿਹਾ, ਉਹਨੂੰ ਝੋਲੀ ਕਹਿੰਦੇ। ਜਦੋਂ ਖੱਪਰ ਭਰ ਜਾਏ ਫਿਰ ਉਹਦੇ 'ਚੋਂ ਚੁੱਕ ਕੇ ਝੋਲੀ 'ਚ ਪਾ ਲੈਂਦੇ। ਪਾਤਸ਼ਾਹ ਨੇ ਫਰਮਾਇਆ, ਮੁੰਦਾ ਸੰਤੋਖ ਸ਼ਰਮ ਪਦ ਝੋਲੀ। ਮਿਹਨਤ ਕਰਨ ਦਾ ਪਾਤਰ ਤੇ ਝੋਲੀ ਬਣਾਓ। ਧਿਆਨ ਕੀ ਕਰੈ ਵਿਭੂਤ, ਵਿਭੂਤੀ ਜੋ ਸਵਾਹ ਮਲਦੇ ਹਨ, ਔਰ ਸਵਾਹ ਉਹਨਾਂ ਨੇ ਇੱਕ ਛੋਟੀ ਜਿਹੀ ਝੋਲੀ ਵਿੱਚ ਜਾਂ ਛੋਟੀ ਜਿਹੀ ਗੁਥਲੀ 'ਚ ਪਾਈ ਹੁੰਦੀ ਹੈ। ਜਦੋਂ ਲੋੜ ਪਵੇ ਉਹਦੇ 'ਚੋਂ ਚੁਟਕੀ ਭਰ ਕੇ ਮਲ ਲੈਂਦੇ ਤੇ ਮੂੰਹ 'ਤੇ ਲਾ ਲੈਂਦੇ। ਪਾਤਸ਼ਾਹ ਨੇ ਫਰਮਾਇਆ,
हर वेले उस परमात्मा का ध्यान रखना, ये विभूति बनाओ। खिंथा काल कुआरी काया जुगत डंडा प्रतीत। खिंथा कहते ने गोदड़ी नूं। जिहड़ी गोदड़ी है जोगियां दी तथा खफणी, वो टाकियां जोड़ के बनाई हुंदी। आख्या क्यों? कहते जी असी मर जाना एक दिन। फिर कहते मौत नूं चेते रखो। मौत नूं चेते रखण रूपी गोदड़ी बनाओ, खफणी बनाओ। कुआरी काया जुगत, इस पंक्ति का विश्राम जिहड़ा लगभग 90% लोग या बहुत इस तो भी ज़्यादा कह लो सारे पढ़ते हैं जुगत डंडा प्रतीत। जदों कि इहदा विश्राम जुगत ते होना चाहिए। कुआरी काया जुगत, जुगत का मतलब है वो ढंग मर्यादा। अपनी काया नूं कुआरी रखो। जिवें विआह तो पहला बच्चियां नूं कुआरी कन्या कहा जाता। क्यों? उन्हां नूं विकारां दी कोई पकड़ नहीं होंदी। भाव उन्हां दी पवित्र देही नूं कुआरी कहा जाता। तो तुसी अपनी देही नूं, अपनी काया नूं विकारां तो बचा के रखण दी जुगत बनाओ। डंडा प्रतीत, जोगी लोग हथ विच एक डंडा रखते हैं अपने आप नूं कुत्ते बिल्ले तो बचाउण लई। पातशाह कहंदे ने परमात्मा ते प्रतीत रखनी, निश्चा रखना, ये डंडा बनाओ भी उहदा दर छड्ड के किसी होर दर ते मंगण नहीं जाना। आई पंथी सगल जमाती, जोगियां दे 12 पंथ कहे जाते हैं। उन्हां 12 पंथां विच सब तो वड्डा पंथ आई पंथ कहा जाता है। जिहड़े इस पंथ दे जोगी हुंदे ने उन्हां दे नाम दे पिछे आई शब्द लगदा। जिवें बाल गदाई तथा होर जोगियां दे अंदर ये पंथ सब तो वड्डा मन्निया जाता है। और इस पंथ दे जिहड़े साधु ने उन्हां दी सहनशीलता ते रवादारी लई मशहूर ने। भाव वो दूजे जोगियां नालों बहुत होर नम्र सुभाव दे हुंदे ने। महाराज कहंदे ने आई पंथी सगल जमाती, इन्हां सारे जीवां नूं अपने जमाती समझना, इन्हां नूं अपने क्लास फेलो समझना। ये आई पंथ बनाओ। मन जीतै जग जीत, अपने मन नूं वसीकरण करो, इनू काबू करो, इनू भटकण तो रोको। ये सारे जगत नूं जितण दे तुल है तथा तुसी सारे जग नूं जित लिया समझो जे अपने मन नूं जित लिया। फिर जोगी लोग आपस में जदों मिलते ने आदेश आदेश कहते हैं। आदेश का आखिरी अर्थ है नमस्कार नमस्कार। पातशाह कहते ने जे तुसी आदेश करनी है ता आदेश तिसै आदेश, नमस्कार करो, उसनू नमस्कार करो। किसनू? आद अनील अनाद अनाहत जुग जुग एक होवेस, जिहड़ा आद मुढ़ तो है। अनील जिसके उत्ते कोई कलंक नहीं तथा जिसका कोई विशेष रंग रूप नहीं। अनाद जिसका मुढ़ भी कोई नहीं जानता। अनाहत जिहड़ा कदे हत नहीं हुंदा, जिहड़ा कदे नाश नहीं हुंदा। ते जुग जुग एको वेस, जिसका वेस पहरावा हर जुग विच इक्को ही है।